बड़ियां स्टोरीज आई ने जिथे उन्होंने कहा गया कि इत्थे तां जी घर तुहाडा 1 मिलियन का लगा होया, भी इत्थे तां 1.2 मिलियन की बिड आई हुई है। उन्होंने मुड़ के 1.3 की दे दी, जां उन्होंने नहीं दी तो मुड़ के पता चलिया तो वो घर तां उत्थे मिलियन का भी नहीं विकिया। ਜਦੋਂ ਬੰਦੇ ਕੋਲ ਪ੍ਰੈਸ਼ਰ ਹੁੰਦਾ ਉਹਨੂੰ ਕਿਹਾ ਜਾਂਦਾ ਫਟਾਫਟ ਡਿਸਾਈਡ ਕਰ, ਜੇ ਤੇ ਅੱਧੇ ਘੰਟੇ 'ਚ ਡਿਸਾਈਡ ਨਾ ਕੀਤਾ तेरे पिछे 20 होर खड़े ने। ऑफर $1 मिलियन की आ, तुसीं उत्ते ਉਹ ਕਹੋ ਵੀ ਚਲ ਠੀਕ ਹੈ ਮੈਨੂੰ ਜ਼ਿਆਦਾ ਵਧੀਆ ਲੱਗਦਾ, ਮੈਂ 1000 ਦੋ ਦਿਨਾਂ 5000 ਹੋਰ ਦਿਨਾਂ। ਪਰ ਜੇ ਬਲਾਈਂਡ ਬਿਡਿੰਗ ਹੈ ਤੁਹਾਨੂੰ ਪਤਾ ਹੀ ਕੁਛ ਨਹੀਂ ਆ ਪ੍ਰਾਈਵੇਟ ਕਿੰਨੇ ਦੀ ਆ। ਤੁਸੀਂ ਉਹ ਜਿਹੜਾ ਘਰ 1 ਮਿਲੀਅਨ ਦਾ ਤੁਸੀਂ ਉਹ 'ਤੇ 12 ਲੱਖ ਦੀ ਦੇ ਰਹੇ ਹੋ ਬਿਡਿੰਗ, ਉਹ 'ਤੇ 12.5 ਲੱਖ ਦੀ ਦੇ ਰਹੇ ਹੋ। ਅਤੇ ਜਦੋਂ 12.5 ਦਾ ਵਿਕ ਗਿਆ ਨੇਬਰਹੁੱਡ 'ਚ, ਹੁਣ ਜਦੋਂ ਅਗਲਾ ਘਰ ਸੇਲ 'ਤੇ ਆਉਣਾ, ਜਿਹੜਾ ਪੁਰਾਣੀ ਸੇਲ ਹੋਈ ਆ ਉਹਦੀ ਉਹ ਫਲੋਰ ਬਣ ਗਈ, ਹੁਣ ਅਗਲਾ ਉਹਦੇ ਬਰਾਬਰ ਜਾਂ ਉਦੋਂ ਉੱਪਰ ਆਏਗਾ। ਕਿ ਉਹ ਕੌਂਡੋ ਟਾਵਰ, ਸਟੂਡੈਂਟ ਟਾਵਰ ਸੀ ਵਾਟਰਲੂ ਵਗੈਰਾ ਦੇ ਵਿੱਚ, ਉਹਨਾਂ ਨੇ ਕਿਹਾ ਜੀ ਸਾਡੇ ਤਾਂ ਸਾਰੇ ਦਾ ਸਾਰਾ ਟਾਵਰ ਹੀ ਵਿਕ ਗਿਆ ਪਹਿਲੇ ਬੰਦੇ ਜਾਣ ਤੋਂ ਪਹਿਲਾਂ, ਕਿ ਹੁਣ ਤਾਂ ਦੂਜਾ ਟਾਵਰ ਸ਼ੁਰੂ ਕਰ ਰਹੇ ਵੇਚਣ ਦਾ। ਸੋ ਮਤਲਬ ਜਦੋਂ ਇਹ ਢੰਡੋਰਾ ਪਿੱਟਿਆ ਜਾਂਦਾ ਕਿ ਵੀ ਚੱਕ ਲਓ ਜੇ ਤੁਸੀਂ ਕਿਤੇ ਪਛੜ ਗਏ ਤੇ ਫਿਰ ਸ਼ਾਇਦ ਤੁਹਾਨੂੰ ਘਰ ਮਿਲੇ ਹੀ ਨਾ। ਸੋ ਇਸ ਪ੍ਰੋਪੇਗੈਂਡਾ ਨੇ ਵੀ ਯੋਗਦਾਨ ਪਾਇਆ। ਕੈਨੇਡਾ ਦੇ ਹਾਊਸਿੰਗ ਕ੍ਰਾਈਸਿਸ ਨੂੰ ਪੈਦਾ ਕਰਨ 'ਚ ਰੀਅਲ ਅਸਟੇਟ ਏਜੰਟਸ ਜਾਂ ਰੀਅਲ ਅਸਟੇਟ ਇੰਡਸਟਰੀ ਦਾ ਕਿੰਨਾ ਕੁ ਯੋਗਦਾਨ ਹੈ, ਇਸ ਦਾ ਫਾਈਨਲ ਆਨਸਰ ਤੇ ਭਾਵੇਂ ਕੋਈ ਨਹੀਂ ਦਿੱਤਾ ਜਾ ਸਕਦਾ, ਪਰ ਇਸ ਨੂੰ ਐਕਸਪਲੋਰ ਕਰਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਕੁਝ ਸਵਾਲ ਤੇ ਸੁਝਾਅ ਇਹ ਵੀ ਉੱਠਦੇ ਨੇ ਕਿ ਕੀ ਕਿਸੇ ਘਰ ਨੂੰ ਖਰੀਦਣ ਲਈ ਜਾਂ ਵੇਚਣ ਲਈ ਜਾਂ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਲਈ ਜਾਂ ਵੇਚਣ ਲਈ ਰੀਅਲ ਅਸਟੇਟ ਏਜੰਟ ਦੀ ਜ਼ਰੂਰਤ ਹੁੰਦੀ ਹੈ ਜਾਂ ਉਸ ਤੋਂ ਬਿਨਾਂ ਵੀ ਇਹ ਡੀਲਸ ਹੋ ਸਕਦੀਆਂ ਨੇ। ਇਹ ਵੱਡੇ ਸਵਾਲ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਰਹਿਣਗੇ। ਤੇ ਇਹਨਾਂ ਸਵਾਲਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੋ ਸ਼ਖਸੀਅਤ ਅੱਜ ਸਟੂਡੀਓ 'ਚ ਮੌਜੂਦ ਹੈ, ਉਹ ਪੇਸ਼ੇ ਵਜੋਂ ਲਾਇਰ ਨੇ ਤੇ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੇ GTA ਸੈਕਟਰ ਦੇ ਵਿੱਚ ਜੋ ਰੀਅਲ ਅਸਟੇਟ ਸੈਕਟਰ ਹੈ ਜਾਂ ਹਾਊਸਿੰਗ ਸੈਕਟਰ ਹੈ ਉਸ ਨੂੰ ਬੜੇ ਨੇੜੇ ਤੋਂ ਦੇਖ ਰਹੇ ਨੇ। ਲਾਇਰ ਹਰਮਿੰਦਰ ਢਿੱਲੋਂ ਸਾਹਿਬ, ਬਹੁਤ ਤੁਹਾਡਾ ਸਵਾਗਤ, ਸ਼ੁਕਰੀਆ, ਧੰਨਵਾਦ। ਤੇ ਪਹਿਲਾਂ ਤਾਂ ਇਸ ਸਵਾਲ ਦੇ ਉੱਤੇ ਥੋੜ੍ਹਾ ਗੱਲ ਕਰੀਏ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਜੋ ਸੰਕਟ ਪੈਦਾ ਹੋਇਆ ਇਹਦੇ 'ਚ ਰੀਅਲ ਅਸਟੇਟ ਸੈਕਟਰ ਵਾਲੇ ਲੋਕਾਂ ਦਾ, ਇਸ ਇੰਡਸਟਰੀ ਦੇ ਲੋਕਾਂ ਦਾ ਵੀ ਬਹੁਤ ਯੋਗਦਾਨ ਹੈ। ਇਹ ਕਿਸ ਕੁ ਹੱਦ ਤੱਕ ਯੋਗਦਾਨ ਹੈ, ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਇਹਦਾ ਕੋਈ ਡੈਫੀਨੇਟਿਵ ਆਨਸਰ ਦੇਣਾ ਮੁਸ਼ਕਿਲ ਹੈ, ਪਰ ਜਿਹੜੇ ਬਾਕੀ ਦੇ ਫੈਕਟਰ ਨੇ ਉਹਨਾਂ ਵਾਂਗ ਇੱਕ ਇਹ ਵੀ ਫੈਕਟਰ ਹੈ, ਤੇ ਮੇਰੇ ਖਿਆਲ ਕਾਫੀ ਵੱਡਾ ਫੈਕਟਰ ਹੈ। ਤੇ ਕਿਸ ਰੂਪ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਸੈਕਟਰ ਹੈ ਇਹਦਾ ਰੋਲ ਹਾਊਸਿੰਗ ਸੈਕਟਰ ਦੇ ਵਿੱਚ ਆਪਾਂ ਦੇਖਦੇ ਹਾਂ ਜਿੱਥੇ ਗੜਬੜਾਂ ਪੈਦਾ ਹੋਈਆਂ? ਹਾਂਜੀ, ਇਹ ਬਿਲਕੁਲ। ਤੁਸੀਂ ਵੇਖੋ ਅੱਜ ਤੋਂ ਕੋਈ 15-20 ਸਾਲ ਪਹਿਲਾਂ ਜਦੋਂ ਨਵੇਂ ਘਰ ਬਣਦੇ ਸੀ ਤੇ ਜਿਹੜਾ ਬਿਲਡਰ ਸੀਗਾ ਉਹ ਰੀਅਲਟਰ ਨੂੰ ਕੋਈ ਕਮਿਸ਼ਨ ਨਹੀਂ ਸੀ ਦਿੰਦਾ। ਉਹ ਤੁਸੀਂ ਜੇ ਆਪਣੇ ਰੀਅਲਟਰ ਦੇ ਨਾਲ ਜਾਂਦੇ ਵੀ ਹੋ, ਉਹ ਤੋਂ ਰੀਅਲਟਰ ਨੂੰ ਕਹਿੰਦੇ ਸੀ ਵੀ ਅਸੀਂ ਕਮਿਸ਼ਨ ਨਹੀਂ ਦਿੰਦੇ, ਵੀ ਸਾਡੇ ਘਰ ਵਿਕ ਰਹੇ ਨੇ ਤੇ ਤੁਸੀਂ ਆਪਣਾ ਜਿਹੜਾ ਵੀ ਕਲਾਇੰਟ ਗਿਆ ਤੁਸੀਂ ਸਾਈਨ ਕਰ ਲਓ। ਅੱਜ ਕੱਲ੍ਹ ਜਿੰਨੀਆਂ ਤੁਸੀਂ ਆਪਾਂ ਐਡਵਰਟਾਈਜ਼ਮੈਂਟਸ ਦੇਖਦੇ ਹਾਂ ਉਹ ਬਿਲਡਰ ਦੀਆਂ ਘੱਟ ਨੇ, ਉਹ ਸਗੋਂ ਰੀਅਲਟਰਸ ਦੀਆਂ ਜ਼ਿਆਦਾ ਨੇ, ਬ੍ਰੋਕਰੀ ਦੀਆਂ ਜ਼ਿਆਦਾ ਨੇ, ਕਿਉਂਕਿ ਉਹਨਾਂ ਨੂੰ ਉਹਦੇ ਵਿੱਚੋਂ ਜਿਹੜਾ ਕਮਿਸ਼ਨ, ਜਿਹੜੇ ਖਾਸ ਕਰਕੇ ਕੌਂਡੋ ਨੇ ਉਹਨਾਂ ਵਿੱਚੋਂ ਤਾਂ ਕਈਆਂ ਦੇ ਵਿੱਚੋਂ 4-4.5% ਤੱਕ ਦਾ ਕਮਿਸ਼ਨ ਹੈ। ਸੋ ਜਿਹੜੇ ਰੀਅਲ ਸਟੇਟ ਏਜੰਟ ਨੇ ਉਹ ਬਿਲਡਰ ਤੋਂ ਕਮਿਸ਼ਨ ਲੈ ਰਿਹਾ? ਬਿਲਕੁਲ। ਸੋ ਬੇਸਿਕਲੀ ਉਹ ਬਿਲਡਰ ਦੀ ਕੰਮ ਕਰ ਰਿਹਾ। ਹਾਂ, ਜਿਹੜੀ ਮਤਲਬ ਮੇਨ ਕੌਨਫਲਿਕਟ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਉਹ ਰੀਅਲਟਰ ਕੰਮ ਕਰ ਰਿਹਾ, ਉਹਨੇ ਸਾਈਨ ਅਪ ਕੀਤਾ ਹੋਇਆ ਬਿਲਡਰ ਨਾਲ, ਉਹਨੂੰ ਪੈਸੇ ਬਿਲਡਰ ਤੋਂ ਆਉਣੇ ਨੇ, ਅਤੇ ਉਹਦਾ ਕੀ ਕੌਨਫਲਿਕਟ ਹੈ ਕਿ ਤੁਹਾਨੂੰ ਉਹ ਸਲਾਹ ਦੇ ਸਕਦਾ ਜਾਂ ਦੇ ਰਿਹਾ ਹੈ ਜਿਹੜੀ ਤੁਹਾਡੇ ਹੱਕ ਵਿੱਚ ਹੋਵੇ, ਨਾ ਕਿ ਬਿਲਡਰ ਦੇ ਹੱਕ ਵਿੱਚ। ਫਿਰ ਉਹ ਦੋਨੇ ਪਾਸਿਓਂ ਕਮਿਸ਼ਨ ਲੈ ਰਿਹਾ? ਨਹੀਂ, ਜਦੋਂ ਰੀਅਲ ਸਟੇਟ ਟ੍ਰਾਂਜੈਕਸ਼ਨ ਹੁੰਦੀ ਆ ਉਹਦੇ ਵਿੱਚ ਸਿਰਫ ਜਿਹੜਾ ਵੇਚਣ ਵਾਲਾ ਉਹਦੇ ਤੋਂ ਕਮਿਸ਼ਨ ਜਾਂਦਾ, ਖਰੀਦਣ ਵਾਲੇ ਦਾ ਕਮਿਸ਼ਨ ਨਹੀਂ ਹੁੰਦਾ। ਚਾਹੇ ਉਹ ਤੁਸੀਂ ਘਰ ਬਿਲਡਰ ਤੋਂ ਨਵਾਂ ਲੈ ਰਹੇ ਹੋ ਅਤੇ ਚਾਹੇ ਤੁਸੀਂ ਕੋਈ ਪੁਰਾਣਾ ਘਰ ਕਿਸੇ ਹੋਰ ਤੋਂ ਲੈਂਦੇ ਹੋ, ਉਹਦੇ ਵਿੱਚ ਜਿਹੜਾ ਬਾਇਰ ਆ ਉਹਨੇ ਕਮਿਸ਼ਨ ਕੋਈ ਨਹੀਂ ਦੇਣਾ। ਸਾਰਾ ਕਮਿਸ਼ਨ ਦੋਨੇ ਰੀਅਲਟਰ ਜਿਹੜੇ ਏਜੰਟ ਨੇ, ਵੇਚਣ ਵਾਲੇ ਦਾ ਅਤੇ ਖਰੀਦਣ ਵਾਲੇ ਦਾ, ਉਹ ਸਾਰੇ ਦਾ ਸਾਰਾ ਵੇਚਣ ਵਾਲਾ ਦਿੰਦਾ। ਅਤੇ ਹੋਰ ਵੀ ਕਈ ਲੋਕ ਐਗਜ਼ਾਮਪਲ ਦਿੰਦੇ ਨੇ ਕਿ ਜੀ ਜਿਹੜੀ ਇਹ ਬਲਾਈਂਡ ਬਿਡਿੰਗ ਹੈ ਜਾਂ ਹੋਰ ਵੀ ਇਹ ਵੀ ਇਹੋ ਜਿਹੀਆਂ ਪ੍ਰੈਕਟਿਸਿਸ ਨੇ ਜਿਹੜੀਆਂ ਇਸ ਸੈਕਟਰ 'ਚ ਚੱਲਦੀਆਂ, ਉਹਨਾਂ ਕਰਕੇ ਵੀ ਮਾਹੌਲ ਖਰਾਬ ਹੋਇਆ। ਬਿਲਕੁਲ, ਅਸਲ 'ਚ ਨਿੱਜੀ ਤੌਰ 'ਤੇ ਜ਼ਿਆਦਾ ਨਹੀਂ ਕਹਿਣਾ ਚਾਹੀਦਾ, ਪਰ ਜਿਹੜੀਆਂ ਇੰਡਸਟਰੀਜ਼ ਦੀਆਂ ਰੈਗੂਲੇਸ਼ਨਸ ਨੇ ਮੇਰੇ ਖਿਆਲ ਉਹ ਸਮੇਂ ਦੇ ਮੁਤਾਬਕ ਜਿੰਨੀਆਂ ਅਪਡੇਟ ਹੋਣੀਆਂ ਚਾਹੀਦੀਆਂ ਸੀ ਹੋਈਆਂ ਨਹੀਂ, ਖਾਸ ਕਰਕੇ ਜਦੋਂ ਇੱਥੇ ਪਾਪੂਲੇਸ਼ਨ ਵਧੀ ਅਤੇ ਘਰਾਂ ਦਾ ਕ੍ਰਾਈਸਿਸ ਹੋਣਾ ਸ਼ੁਰੂ ਹੋਇਆ। ਜਿਵੇਂ ਤੁਸੀਂ ਇਸ਼ਾਰਾ ਕੀਤਾ, ਜਿਵੇਂ ਜਿਹੜੀ ਬਲਾਈਂਡ ਬਿਡਿੰਗ ਹੈ, ਬਲਾਈਂਡ ਬਿਡਿੰਗ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਜੇ ਘਰ ਤੁਸੀਂ ਲਗਾਇਆ ਹੋਇਆ, ਤੁਸੀਂ ਉਹਨੂੰ ਦੱਸੋ ਕਿੰਨੀਆਂ ਬਿਡਸ ਨੇ। ਬੜੀਆਂ ਸਟੋਰੀਜ਼ ਆਈ ਨੇ ਜਿੱਥੇ ਉਹਨੂੰ ਕਿਹਾ ਗਿਆ ਕਿ ਇੱਥੇ ਤਾਂ ਜੀ ਘਰ ਤੁਹਾਡਾ 1 ਮਿਲੀਅਨ ਦਾ ਲੱਗਾ ਹੋਇਆ, ਵੀ ਇੱਥੇ ਤਾਂ 1.2 ਮਿਲੀਅਨ ਦੀ ਬਿਡ ਆਈ ਹੋਈ ਹੈ। ਉਹਨਾਂ ਨੇ ਮੁੜ ਕੇ 1.3 ਦੀ ਦੇ ਦਿੱਤੀ, ਜਾਂ ਉਹਨਾਂ ਨੇ ਨਹੀਂ ਦਿੱਤੀ ਤਾਂ ਮੁੜ ਕੇ ਪਤਾ ਚੱਲਿਆ ਤਾਂ ਉਹ ਘਰ ਤਾਂ ਉੱਥੇ ਮਿਲੀਅਨ ਦਾ ਵੀ ਨਹੀਂ ਵਿਕਿਆ। ਸੋ ਲੋਕਾਂ ਨੂੰ 2-2 ਲੱਖ 3-3 ਲੱਖ ਦਾ ਝੂਠ ਬੋਲ ਕੇ ਵੀ ਇੰਨੀਆਂ ਬਿਡਿੰਗ ਆਈਆਂ ਹੋਈਆਂ ਨੇ। ਸੋ ਉਹਦਾ ਇੱਕੋ ਹੀ ਸਲੂਸ਼ਨ ਹੈ ਟਰਾਂਸਪੇਰੈਂਸੀ।
ਤੁਸੀਂ ਘਰ ਵੇਖ ਰਹੇ ਪਰ ਉਸ ਤੇ ਜਾਣ ਤੋਂ ਪਹਿਲਾਂ ਜਿਵੇਂ ਇਹ ਜਿਹੜੇ ਕੁਝ ਐਲੀਗੇਸ਼ਨ ਕਹਿ ਲਓ ਜਾਂ ਜਿਹੜੀਆਂ ਲੋਕਾਂ ਦੀਆਂ ਆਰਗੂਮੈਂਟਸ ਨੇ, ਬਲਾਈਂਡ ਬਿਡਿੰਗ ਦੀ ਇੱਕ ਗੱਲ ਕੀਤੀ ਜਾਂਦੀ, ਦੂਸਰਾ ਇਹ ਕਿਹਾ ਜਾਂਦਾ ਕਿ ਜਿਹੜੇ ਰਿਐਲਟਰ ਨੇ ਉਹ ਖੁਦ ਹੀ ਇਨਵੈਸਟਰ ਬਣ ਗਏ। ਬਿਲਕੁਲ ਇਹ ਵੀ ਹੋਇਆ। ਤੇ ਤੁਸੀਂ ਜਿਹੜਾ ਡਿਸਕਲੋਜ਼ਰ ਹੁੰਦਾ ਭਾਵੇਂ ਕਿ ਜਿਹੜੀਆਂ ਰੀਕੋ ਦੀਆਂ ਹੈਗੀਆਂ ਨੇ ਰੈਗੂਲੇਸ਼ਨ, ਉਹਦੇ ਮੁਤਾਬਕ ਜੇ ਤੁਸੀਂ ਰੀਅਲਟਰ ਖੁਦ ਆਪਣਾ ਘਰ ਵੇਚਣਾ ਉਹਨੂੰ ਡਿਸਕਲੋਜ਼ ਕਰਨਾ, ਪਰ ਅਕਸਰ ਕੀ ਹੁੰਦਾ ਕੋਈ ਘਰ ਰੀਅਲਟਰ ਦੇ ਆਪਣੇ ਨਾਂ 'ਤੇ ਨਹੀਂ ਹੁੰਦਾ, ਉਹਦੇ ਕਿਸੇ ਦੋਸਤ ਦੇ ਨਾਂ 'ਤੇ ਹੋਏਗਾ, ਉਹਦੀ ਕੰਪਨੀ ਦੇ ਨਾਂ 'ਤੇ ਹੋਏਗਾ, ਉਹਦੇ ਕਿਸੇ ਫੈਮਿਲੀ ਮੈਂਬਰ ਦੇ ਨਾਂ 'ਤੇ ਹੋਏਗਾ। ਸੋ ਇਹ ਵੀ ਬਹੁਤ ਵੱਡਾ ਕੌਨਫਲਿਕਟ ਹੈ ਜਿਹਨੂੰ ਉਹ ਡਿਸਕਲੋਜ਼ ਨਹੀਂ ਕਰਦੇ। ਇਵੇਂ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਕੌਨਫਲਿਕਟ ਆ ਉਹ ਹੈਗਾ ਡਿਊਲ ਏਜੰਸੀ ਦਾ। ਜਦੋਂ ਇੱਕ ਰੀਅਲਟਰ ਖਰੀਦਣ ਵਾਲੇ ਦਾ ਵੀ ਰੀਅਲਟਰ ਹੈ ਤੇ ਵੇਚਣ ਵਾਲੇ ਦਾ ਵੀ ਰੀਅਲਟਰ ਹੈ। ਹੁਣ ਤੁਸੀਂ ਉਹਦੇ ਵਿੱਚ ਕਿਵੇਂ ਪਤਾ ਕਰੋਗੇ ਵੀ ਇਹਦੀ ਲਾਇਲਟੀ ਕਿੱਥੇ ਆ? ਜੇ ਘਰ ਦੇ ਵਿੱਚ ਕੋਈ ਡਿਫੈਕਟ ਹੈ ਜਾਂ ਜੇ ਘਰ ਵਾਲਾ ਜਿਹੜਾ ਹੈ ਉਹਨੂੰ ਡੈਸਪਰੇਸ਼ਨ ਹੈ ਵੀ ਮੈਂ ਤੇ ਘਰ ਵੇਚਣਾ, ਜੇ ਨਾ ਵਿਕਿਆ ਤਾਂ ਮੈਂ ਬੈਂਕਰਪਟ ਹੋ ਜਾਵਾਂਗਾ। ਪਰ ਜਿਹੜੀ ਇਹ ਇਨਫੋਰਮੇਸ਼ਨ ਹੈ ਜੇ ਉਹ ਖਰੀਦਣ ਵਾਲੇ ਨੂੰ ਪਤਾ ਚੱਲ ਜੇ ਉਹ ਨਹੀਂ ਖਰੀਦੇਗਾ, ਹੈ ਨਾ, ਉਹਨੂੰ ਪਤਾ ਕਿ ਮਾਰਕੀਟ ਥੱਲੇ ਜਾ ਰਹੀ ਹੈ। ਕਾਨੂੰਨ ਕਿਸੇ ਤਰ੍ਹਾਂ ਦੀ ਇਹੋ ਜਿਹੀ ਕੋਈ ਰੋਕ ਨਹੀਂ ਲਾਉਂਦਾ ਕਿ ਉਹ ਡਿਊਲ ਏਜੰਟ ਨਹੀਂ ਹੋ ਸਕਦਾ, ਮਤਲਬ ਇਹਦੇ ਕੋਈ ਕਾਨੂੰਨ ਇਸ ਵੇਲੇ ਕੋਈ ਕਾਨੂੰਨ ਤੇ ਜਿਹੀ ਬੰਦਿਸ਼ ਨਹੀਂ ਹੈ। ਇਨਫੈਕਟ ਇਹਦੀ ਮੰਗ ਬਹੁਤ ਸਮੇਂ ਤੋਂ ਉੱਠ ਰਹੀ ਹੈ। ਜਿਵੇਂ ਜਿਹੜੀ ਟ੍ਰਾਂਜੈਕਸ਼ਨ ਦੇ ਵਿੱਚ ਇੱਕ ਲਾਅਰ ਜਿਹੜਾ ਹੈ ਉਹ ਬਾਇਰ ਤੇ ਸੈਲਰ ਦਾ ਲਾਅਰ ਨਹੀਂ ਹੋ ਸਕਦਾ। ਅੱਜ ਤੋਂ 15 ਸਾਲ ਪਹਿਲਾਂ ਹੋ ਸਕਦਾ ਸੀ, ਜਦੋਂ ਉਦੋਂ ਪ੍ਰੋਬਲਮਸ ਆਈਆਂ ਵੀ ਇੱਕੋ ਹੀ ਜਦੋਂ ਲਾਅਰ ਬਾਇਰ ਤੇ ਸੈਲਰ ਲਈ ਐਕਟ ਕਰਦਾ ਤਾਂ ਉਹਦੀ ਜਿਹੜੀ ਡਿਊਟੀ ਆ ਉਹ ਕਿਹਨੂੰ ਦੱਸਣ ਦੀ ਆ ਜੇ ਉਹ 'ਚ ਕੋਈ ਕੌਨਫਲਿਕਟ ਆਉਂਦਾ, ਉਹ ਬਾਇਰ ਨੂੰ ਜਾਂ ਸੈਲਰ ਨੂੰ। ਤਾਂ ਇਸ ਲਈ ਲਾ ਸੁਸਾਇਟੀ ਨੇ ਬੰਦ ਕਰਤਾ ਵੀ ਬੜੀਆਂ ਥੋੜ੍ਹੀਆਂ ਐਕਸੈਪਸ਼ਨ ਨੇ ਜਦੋਂ ਕੋਈ ਵਿਦਨ ਫੈਮਿਲੀ ਟ੍ਰਾਂਸਫਰ ਹੁੰਦੀ ਆ, ਅਦਰਵਾਈਜ਼ ਜਿਹੜੀ ਇੱਕ ਥਰਡ ਪਾਰਟੀ ਟ੍ਰਾਂਜੈਕਸ਼ਨ ਆ ਉਹਦੇ ਵਿੱਚ ਲਾਇਰ ਨਹੀਂ ਹੋ ਸਕਦਾ। ਇਵੇਂ ਹੀ ਮੇਰੇ ਖਿਆਲ ਦੇ ਵਿੱਚ ਜਿਹੜਾ ਰੀਅਲਟਰ ਹੈ ਉਹ ਬਾਇਰ ਤੇ ਸੈਲਰ ਲਈ ਇਕੱਠਾ ਨਹੀਂ ਹੋਣਾ ਚਾਹੀਦਾ। ਇੱਕ ਮੈਨੂੰ ਕਾਫੀ ਜਿਹੜੇ ਕਮਿਊਨਿਟੀ 'ਚ ਕੁਝ ਲੋਕ ਜਿਹੜੇ ਇਸ ਸੈਕਟਰ ਨੂੰ ਦੇਖਦੇ ਨੇ ਜਾਂ ਓਵਰਆਲ ਕਮਿਊਨਿਟੀ ਦੀ ਇਕੋਨਮੀ ਨੂੰ ਸਮਝਦੇ ਨੇ, ਉਹ ਇਹ ਵੀ ਕਹਿੰਦੇ ਨੇ ਕਿ ਹੋਰ ਬੁਰੀਆਂ ਪ੍ਰੈਕਟਿਸ ਦੇ ਨਾਲ ਇੱਕ ਜਿਸ ਚੀਜ਼ ਨੇ ਬਹੁਤ ਜ਼ਿਆਦਾ ਸੰਕਟ ਪੈਦਾ ਕੀਤਾ ਕਿ ਜਦੋਂ ਜਿਹੜੇ ਰਿਐਲਟਰ ਨੇ ਉਹ ਖੁਦ ਹੀ ਮੀਡੀਆ ਵੀ ਕਰ ਰਹੇ ਨੇ, ਉਹ ਰੇਡੀਓ ਜਾਂ TV ਹੋਸਟ ਨੇ, ਅਤੇ ਉਹ ਖੁਦ ਹੀ ਜਿਹੜਾ ਹੈ ਜਿਹੜੀ ਇੱਕ ਕਿਸਮ ਦਾ ਕੌਨਫਲਿਕਟ ਹੈ ਕਿ ਉਹ ਜਿਹੜੀ ਰਿਐਲਿਟੀ ਹੈ ਵਿਊਅਰਸ ਵਾਸਤੇ ਜੋ ਸੱਚਾਈ ਹੈ ਉਹ ਨਹੀਂ ਪੇਸ਼ ਕਰ ਸਕਦੇ, ਉਹ ਅਨਬਾਇਸਡ ਨਹੀਂ ਹੋ ਸਕਦੇ, ਉਹ ਇੱਕ ਤਰਫਾ ਜਿਹੜਾ ਪ੍ਰੋਪੇਗੈਂਡਾ ਕਰਦੇ ਨੇ, ਉਸ ਨੇ ਵੀ ਮਾਰਕੀਟ ਖਰਾਬ ਕੀਤੀ। ਬਿਲਕੁਲ ਇਹ ਗੱਲਾਂ ਸਾਰੀਆਂ ਕੌਨਫਲਿਕਟ ਦੀਆਂ ਨੇ। ਚਲੋ ਆਪਾਂ ਕਿਸੇ ਨੂੰ ਰੇਡੀਓ ਪ੍ਰੋਗਰਾਮ ਚਲਾਉਣ ਤੋਂ ਮਨਾ ਰੈਗੂਲੇਸ਼ਨ ਬਣਾਉਣੀ ਤਾਂ ਬੜੀ ਮੁਸ਼ਕਿਲ ਹੈ, ਪਰ ਜਿਵੇਂ ਮੈਂ ਪਿਕਿਆ ਵੀ ਆਮ ਤੌਰ 'ਤੇ ਸਾਡੇ ਇੱਥੇ ਹੁੰਦਾ ਓਪਨ ਹਾਊਸ ਲੱਗ ਰਿਹਾ, ਰੀਅਲਟਰਸ ਨੇ ਲਾਇਆ ਹੋਇਆ ਵੀ ਨਵੀਂ ਸਬ ਡਿਵੀਜ਼ਨ ਖੁੱਲ੍ਹੀ ਹੈ, ਨਵਾਂ ਕੋਂਡੋ ਟਾਵਰ ਬਣਿਆ ਹੈ। ਹੁਣ ਤੁਸੀਂ ਜਾਂਦੇ ਉਹਦੇ ਕੋਲ ਇਹ ਸਮਝ ਕੇ ਇਹ ਤੁਹਾਨੂੰ ਗਾਈਡ ਕਰਨਗੇ, ਪਰ ਉਹ ਤਾਂ ਆਲਰੇਡੀ ਉਹਨਾਂ ਨੇ ਸਾਈਨ ਕੀਤਾ ਹੋਇਆ ਬਿਲਡਰ ਦੇ ਨਾਲ। ਸੋ ਤੁਹਾਨੂੰ ਉਹ ਜਿਹੜੀ ਸਹੀ ਇਨਫੋਰਮੇਸ਼ਨ ਹੈ ਵੀ ਇਹ ਘਰ ਕਿੰਨੇ ਵਿਕ ਗਏ, ਤੁਸੀਂ ਲੈਣ ਗਏ, ਤੁਸੀਂ ਵੇਖੋ ਉੱਥੇ ਨਵਾਂ 1000 ਕਾਂਡੋ ਬਣਿਆ। ਹੁਣ ਇਹ ਬੜਾ ਫਰਕ ਪੈਂਦਾ ਵੀ ਜੇ ਤੁਸੀਂ ਗਏ ਲੈਣ, ਤੁਹਾਨੂੰ ਉਹਨੇ ਕਿਹਾ ਵੀ ਹਾਲੇ ਤੱਕ ਸਾਡਾ ਕੋਈ ਕਾਂਡੋ ਨਹੀਂ ਵਿਕਿਆ, ਹੁਣ ਤੁਹਾਡਾ ਰਿਐਕਸ਼ਨ ਕੀ ਹੋਏਗਾ ਵੀ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ, ਮੈਂ ਕੱਲ੍ਹ ਨੂੰ ਆ ਕੇ ਮੈਨੂੰ ਉਡੀਕ ਲਓ। ਪਰ ਜੇ ਉਹ ਤੁਸੀਂ ਜਾਣਦੇ ਹੋ ਪਹਿਲੇ ਦਿਨ ਹੀ ਉਹ ਤੁਹਾਨੂੰ ਕਹਿੰਦਾ ਜੀ ਇੱਥੇ 1000 ਕਾਂਡੋ ਸੀ, ਅਸੀਂ ਤਾਂ ਉਹਦੇ 'ਚੋਂ 900 ਵੇਚ ਵੀ ਦਿੱਤਾ। ਹੁਣ ਇਹ ਕੌਨਫਲਿਕਟ ਹੈ, ਜਿਹੜੀ ਇਨਫੋਰਮੇਸ਼ਨ ਉਹਦੇ ਕੋਲ ਹੈ ਅਤੇ ਤੁਸੀਂ ਸੋਚ ਰਹੇ ਹੋ ਕਿ ਉਹ ਤੁਹਾਡਾ ਰੀਅਲਟਰ ਹੈ, ਤੁਸੀਂ ਉਹਨੂੰ ਉਹ 'ਤੇ ਵਿਸ਼ਵਾਸ ਕਰਦੇ ਹੋ। ਪਰ ਜੇ ਉਹ ਗੱਲ ਸੱਚੀ ਨਹੀਂ, ਔਰ ਇਵੇਂ ਹੋਇਆ, ਇੱਥੇ ਬੜੀਆਂ ਖਬਰਾਂ ਛਪੀਆਂ ਹੋਈਆਂ ਨੇ ਕਿ ਉਹ ਕੋਂਡੋ ਟਾਵਰ ਸਟੂਡੈਂਟ ਟਾਵਰ ਸੀ ਵਾਟਰਲੂ ਵਗੈਰਾ ਦੇ ਵਿੱਚ, ਉਹਨਾਂ ਨੇ ਕਿਹਾ ਜੀ ਸਾਡੇ ਤਾਂ ਸਾਰੇ ਦਾ ਸਾਰਾ ਟਾਵਰ ਹੀ ਵਿਕ ਗਿਆ ਪਹਿਲੇ ਬੰਦੇ ਜਾਣ ਤੋਂ ਪਹਿਲਾਂ ਹੀ, ਵੀ ਹੁਣ ਤਾਂ ਦੂਜਾ ਟਾਵਰ ਸ਼ੁਰੂ ਕਰ ਰਹੇ ਵੇਚਣ ਦੇ। ਸੋ ਮਤਲਬ ਜਦੋਂ ਇਹ ਢੰਡੋਰਾ ਪਿੱਟਿਆ ਜਾਂਦਾ ਕਿ ਵੀ ਚੱਕ ਲਓ ਜੇ ਤੁਸੀਂ ਕਿਤੇ ਪਛੜ ਗਏ ਤੇ ਫਿਰ ਸ਼ਾਇਦ ਤੁਹਾਨੂੰ ਘਰ ਮਿਲੇ ਹੀ ਨਾ। ਸੋ ਇਸ ਪ੍ਰੋਪੇਗੈਂਡਾ ਨੇ ਵੀ ਯੋਗਦਾਨ ਪਾਇਆ, ਕਿਉਂਕਿ ਜਿਹੜੀਆਂ ਕੀਮਤਾਂ ਵਧੀਆਂ ਨੇ ਉਹਦੇ ਪਿੱਛੇ ਇੱਕ ਸਾਈਕੋਲੋਜੀ ਆ। ਸਾਈਕੋਲੋਜੀ ਇਹ ਆ ਵੀ ਘਰ ਖਤਮ ਨੇ, ਜੇ ਮੈਂ ਅੱਜ ਨਹੀਂ ਖਰੀਦਿਆ ਮੈਨੂੰ ਮੁੜ ਕੇ ਮਿਲਣਾ ਨਹੀਂ, ਹੋ ਸਕਦਾ ਮੇਰੀ ਅਗਲੀ ਪੁਸ਼ਤ ਨੂੰ ਵੀ ਮਿਲਣਾ ਮਿਲੇ, ਅਤੇ ਮੈਂ ਚਾਹੇ ਇਹ ਘਰ ਲੱਖ ਪਹਿਲਾਂ ਮਹਿੰਗਾ ਲੈ ਲਵਾਂ, ਮੇਰੀ ਅਗਲੇ ਸਾਲ ਇਹਦੀ ਕੀਮਤ 2 ਲੱਖ ਵੱਧ ਜਾਣੀ ਆ। ਸੋ ਇਹ ਜਿਹੜੀ ਸਾਈਕੋਲੋਜੀ ਆ, ਇਹ ਸਾਈਕੋਲੋਜੀ ਸਾਰੀ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਰੇਡੀਓ ਰਾਹੀਂ ਐਡਾਂ ਰਾਹੀਂ ਜਿਹੜੀ ਬਿਲਡ ਕੀਤੀ ਜਾਂਦੀ ਸਾਈਕੋਲੋਜੀ, ਜਦ ਤੱਕ ਇਹ ਸਾਈਕੋਲੋਜੀ ਨਹੀਂ ਟੁੱਟਦੀ, ਜਿਹੜਾ ਇਹ ਮਾਈਂਡ ਸੈਟ ਆ ਬਾਇਰ ਦਾ ਕਿ ਮੈਂ ਤਾਂ ਬੜਾ ਖਤਰੇ 'ਚ ਹਾਂ ਅਤੇ ਮੈਨੂੰ ਅੱਜ ਹੀ ਘਰ ਲੈਣਾ ਪੈਣਾ, ਕੋਈ ਫਰਕ ਨਹੀਂ ਪੈਂਦਾ ਜੇ ਨਹੀਂ ਮਿਲਦਾ ਲੱਖ 2 ਲੱਖ ਡਾਲਰ ਮਹਿੰਗਾ ਵੀ ਦੇ ਦਾਂ। ਅਤੇ ਜਿਹੜੀ ਉਹ ਮੇਨ ਜਿਹੜੀ ਸੇਲ ਲਾ ਕੇ ਫੜੀ ਵਾਲਿਆਂ ਦੀ ਤਰ੍ਹਾਂ ਘਰ ਵੇਚੇ ਗਏ। ਬਿਲਕੁਲ। ਸੋ ਇੱਕ ਗੱਲ ਤਾਂ ਇਹ ਠੀਕ ਹੈ, ਇਹਨੂੰ ਕੁਆਂਟੀਫਾਈ ਕਰਨਾ ਤਾਂ ਮੁਸ਼ਕਿਲ ਹੈ, ਪਰ ਜਿੰਨੇ ਵੀ ਫੈਕਟਰ ਤੁਸੀਂ ਗਿਣਾਏ ਨੇ ਇਹਨਾਂ ਤੋਂ ਇੱਕ ਚੀਜ਼ ਦਾ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਕਿ ਇਸ ਸੈਕਟਰ ਦੀਆਂ ਜਿਹੜੀਆਂ ਇਹ ਗਲਤ ਪ੍ਰੈਕਟਿਸਿਸ ਨੇ ਉਹਨਾਂ ਨੇ ਵੀ ਡੈਫੀਨੇਟਲੀ ਮਾਰਕੀਟ 'ਚ ਅੱਗ ਲਾਉਣ 'ਚ ਯੋਗਦਾਨ ਪਾਇਆ। ਬਿਲਕੁਲ। ਤੁਸੀਂ ਇਹਦੇ ਵਿੱਚੋਂ ਇੱਕ ਹੀ ਫੜ ਲਓ, ਤੁਸੀਂ ਬਲਾਈਂਡ ਬਿਡਿੰਗ ਹੈ, ਤੁਹਾਨੂੰ ਜੋ ਪਤਾ ਹੋਵੇ ਵੀ ਘਰ 'ਤੇ ਕਿੰਨੇ ਦੀ ਆਈ ਹੈ, ਤੁਸੀਂ ਜੇ ਉਹਨੂੰ ਬੀਟ ਕਰਨਾ ਉਹਨੂੰ $1000 'ਚ ਬੀਟ ਕਰੋਗੇ, ਆਫਰ $1 ਮਿਲੀਅਨ ਦੀ ਆ, ਤੁਸੀਂ ਉਹ 'ਤੇ ਉਹ ਕਹੋਗੇ ਚਲ ਠੀਕ ਹੈ ਮੈਨੂੰ ਜ਼ਿਆਦਾ ਵਧੀਆ ਲੱਗਦਾ, ਮੈਂ 1000 ਦੋ ਦਿਨਾਂ 5000 ਹੋਰ ਦਿਨਾਂ,
ਪਰ ਜੇ ਬਲਾਈਂਡ ਬਿਡਿੰਗ ਹੈ ਤੁਹਾਨੂੰ ਪਤਾ ਹੀ ਕੁਛ ਨਹੀਂ ਆ ਬਲਾਈਂਡ ਕਿੰਨੇ ਦੀ ਆ। ਤੁਸੀਂ ਉਹ ਜਿਹੜਾ ਘਰ 1 ਮਿਲੀਅਨ ਦਾ ਤੁਸੀਂ ਉਹ 'ਤੇ 12 ਲੱਖ ਦੀ ਦੇ ਰਹੇ ਹੋ ਬਿਡਿੰਗ, ਉਹ 'ਤੇ 12.5 ਲੱਖ ਦੀ ਦੇ ਰਹੇ ਹੋ। ਅਤੇ ਜਦੋਂ 12.5 ਦਾ ਵਿਕ ਗਿਆ ਨੇਬਰਹੁੱਡ 'ਚ, ਹੁਣ ਜਦੋਂ ਅਗਲਾ ਘਰ ਸੇਲ 'ਤੇ ਆਉਣਾ, ਜਿਹੜਾ ਪੁਰਾਣੀ ਸੇਲ ਹੋਈ ਆ ਉਹਦੀ ਉਹ ਫਲੋਰ ਬਣ ਗਈ, ਹੁਣ ਅਗਲਾ ਉਹਦੇ ਬਰਾਬਰ ਜਾਂ ਉਦੋਂ ਉੱਪਰ ਆਏਗਾ। ਸੋ ਇਸ ਤਰ੍ਹਾਂ ਬੜੀਆਂ ਹੋਰ ਵੀ ਨੇ। ਤੇ ਫਿਰ ਜਦੋਂ ਹੁਣ ਆ ਜਾਂਦੀ ਹੈ ਕਿ ਇਸ ਚੀਜ਼ ਨੂੰ ਤੇ ਆਪਾਂ ਚਲੋ ਮੰਨ ਲਿਆ ਕਿ ਇਸ ਸੈਕਟਰ ਦਾ ਵੀ ਯੋਗਦਾਨ ਹੈ, ਇਹਦੀਆਂ ਜਿਹੜੀਆਂ ਆਪਣੀਆਂ ਪ੍ਰੈਕਟਿਸਿਸ ਨੇ, ਤੇ ਹੁਣ ਜੇ ਰਿਫਾਰਮ ਦੀ ਗੱਲ ਹੋਏ, ਕਿਉਂਕਿ ਇਹ ਗੱਲ ਵੀ ਬੜੇ ਜ਼ੋਰ ਨਾਲ ਉੱਠ ਰਹੀ ਹੈ ਕਿ ਜੇ ਤੁਸੀਂ ਜਿਸ ਤਰ੍ਹਾਂ ਦਾ ਹੁਣ ਹਾਊਸਿੰਗ ਕ੍ਰਾਈਸਿਸ ਆਇਆ ਜਿਹਦੇ 'ਚ ਹਜ਼ਾਰਾਂ ਲੋਕ ਫਸੇ ਨੇ, ਉਹਨਾਂ ਦੀ ਜਿਹੜੀ ਹੈਗੀ ਹੈ ਮੈਂਟਲ ਫਿਜ਼ੀਕਲ ਹੈਲਥ 'ਤੇ ਵੀ ਅਸਰ ਪਿਆ, ਲਾਸ 'ਤੇ ਕੁਆਂਟੀਫਾਈ ਕਰਨੇ ਅਜੇ ਬਹੁਤ ਮੁਸ਼ਕਲ ਨੇ, ਤੇ ਇਹ ਫਿਊਚਰ 'ਚ ਇਹੋ ਜਿਹੇ ਕ੍ਰਾਈਸਿਸ ਨਾ ਪੈਦਾ ਹੋਣ ਤੇ ਉਹਨੂੰ ਉਸ ਤੋਂ ਬਚਣ ਲਈ ਰਿਫਾਰਮਸ ਕਰਨ ਦੀ ਲੋੜ ਹੈ। ਜਿਹੜਾ ਰੀਅਲ estate ਸੈਕਟਰ ਹੈ, ਕਿਸ ਤਰ੍ਹਾਂ ਦੇ ਰਿਫਾਰਮਸ ਕਰਨੇ ਚਾਹੀਦੇ? ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਜਦੋਂ ਘਰਾਂ ਦੀਆਂ ਕੀਮਤਾਂ ਥੱਲੇ ਜਾਂਦੀਆਂ। ਜਿਵੇਂ ਤੁਸੀਂ ਦੱਸਿਆ, ਲੋਕਾਂ ਦੀਆਂ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਬੱਚਤ ਜਿਹੜੀ ਹੈ ਉਹ ਰੁੜ ਜਾਂਦੀ ਹੈ। ਤੁਸੀਂ ਜੇ ਬਰੈਂਪਟਨ ਦੀ ਗੱਲ ਵੇਖੋ, ਤਕਰੀਬਨ ਪਿਛਲੇ ਸਾਲ 22 ਫਰਵਰੀ ਤੋਂ ਲੈ ਕੇ ਹੁਣ ਤੱਕ 25 ਤੋਂ ਲੈ ਕੇ 30% ਕੀਮਤਾਂ ਘਟ ਗਈਆਂ। ਲੋਕ ਜਦੋਂ ਘਰ ਲੈਂਦੇ ਨੇ ਉਹ ਜਾਂ 10% ਡਾਊਨ ਦਿੰਦੇ ਆ ਜਾਂ 20% ਦਿੰਦੇ ਆ। ਫਿਰ ਇਹਦਾ ਮਤਲਬ ਜਿੰਨਾ ਉਹਨਾਂ ਨੇ ਡਾਊਨ ਦਿਆ ਉਹ ਵੀ ਚਲਾ ਗਿਆ। ਇਨਫੈਕਟ ਔਨ ਟਾਪ ਆਫ ਦੈਟ 10% ਹੋਰ ਵੀ ਉਹਨਾਂ ਦਾ 10-20% ਉਹਨਾਂ ਨੂੰ ਹੋਰ ਦੇਣਾ ਪੈਣਾ ਜਾਂ ਘਰ ਛੱਡਣ। ਸੋ ਇਹ ਜਿਹੜੀ ਟ੍ਰੈਜਡੀ ਆ, ਸਾਨੂੰ ਰਿਫਾਰਮ ਕਰਨੇ ਚਾਹੀਦੇ ਆ ਤਾਂ ਕਿ ਮੁੜ ਕੇ ਲੋਕਾਂ ਨਾਲ ਇਵੇਂ ਨਾ ਹੋਵੇ। ਸੋ ਜਿਹੜੇ ਰਿਫਾਰਮ ਨੇ, ਜਿਵੇਂ ਕਿ BC ਦੇ ਵਿੱਚ ਉਹਨਾਂ ਨੇ NDP ਸਰਕਾਰ ਉਹਨਾਂ ਨੇ ਹਾਲੇ ਮਹੀਨਾ ਪਹਿਲਾਂ ਸ਼ੁਰੂ ਕੀਤਾ, ਉਹਨੂੰ ਕਹਿੰਦੇ ਕੂਲਿੰਗ ਆਫ ਪੀਰੀਅਡ। ਜਿਵੇਂ ਤੁਸੀਂ ਨਵਾਂ ਜਦੋਂ ਕੋਂਡੋ ਲੈਣ ਜਾਂਦੇ ਹੋ ਉਦੋਂ ਤੁਹਾਨੂੰ ਉਹ ਕੂਲਿੰਗ ਆਫ ਪੀਰੀਅਡ ਦਿੰਦੇ ਨੇ, ਤੁਹਾਨੂੰ ਕੰਟਰੈਕਟ ਦਿੰਦੇ ਨੇ ਕਿ ਵੀ ਤੁਸੀਂ ਆ ਕੇ ਹਫ਼ਤੇ ਬਾਅਦ ਆ ਕੇ ਇਹਨੂੰ ਫਰਮ ਕਰ ਦੇਣਾ। ਇਵੇਂ ਜਦੋਂ ਅਸੀਂ ਕੋਈ ਪੁਰਾਣਾ ਘਰ ਖਰੀਦ ਰਹੇ ਹਾਂ ਉਹਦੇ 'ਚ ਕੂਲਿੰਗ ਆਫ ਪੀਰੀਅਡ ਚਾਹੀਦਾ। ਤੁਸੀਂ ਉੱਥੇ ਜਿਵੇਂ ਤੁਸੀਂ ਕਿਹਾ ਵੀ ਉੱਥੇ ਹਲਾ ਲੱਲਾ ਮਚੀ ਹੋਈ ਆ, ਉੱਥੇ ਬੋਲੀ ਚੱਲ ਰਹੀ ਆ, ਤੁਸੀਂ ਉਹ ਭਰ ਦਿੱਤੀ, ਤੁਹਾਨੂੰ ਮੁੜ ਕੇ ਪਤਾ ਲੱਗਾ ਵੀ ਇਹ ਤਾਂ ਬਹੁਤ ਕੰਮ ਗਾਂਹ ਵੱਧ ਗਿਆ, ਤੁਸੀਂ ਘਰ ਆ ਕੇ ਸਲਾਹ ਕੀਤੀ, ਪਰ ਇੱਕ ਵਾਰ ਤੁਸੀਂ ਸਾਈਨ ਕਰਕੇ ਉਹਦਾ ਡਿਪੋਜ਼ਿਟ ਚੈੱਕ ਦੇ ਆਏ, ਤੁਹਾਡੇ ਕੋਲ ਕੋਈ ਉਹਦਾ ਚਾਂਸ ਨਹੀਂ ਬਾਹਰ ਹੋਣ ਦਾ। ਸੋ BC ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਐਗਰੀਮੈਂਟ ਸਾਈਨ ਕਰ ਲਿਆ, ਤੁਹਾਡੇ ਕੋਲ ਬਿਨਾਂ ਕੋਈ ਕਾਰਨ ਦੱਸੇ 72 ਘੰਟੇ ਨੇ ਇਹ ਕਹਿਣ ਲਈ ਕਿ ਨਹੀਂ ਮੈਂ ਆਪਣਾ ਮਨ ਬਦਲ ਲਿਆ, ਮੈਂ ਇਹ ਘਰ ਨਹੀਂ ਲੈਣਾ। ਜੇ ਇੰਨਾ ਇੱਕ ਰਿਫਾਰਮ ਵੀ ਆ ਜਾਵੇ, ਜਿਹੜੀਆਂ ਬਲਾਈਂਡ ਬਿਡਿੰਗ ਵਾਲੀ ਗੱਲ ਸੀ ਉਹ ਸਾਰੇ ਦੀ ਸਾਰੀ ਇਹ 'ਚੋਂ ਖਤਮ ਹੋ ਜਾਏਗੀ। ਕਿਉਂਕਿ ਜਦੋਂ ਧੱਕਾ ਕੀਤਾ ਜਾਂਦਾ, ਉਹ ਜਿਹੜਾ ਅੱਧਾ ਘੰਟਾ 2 ਘੰਟੇ ਹੁੰਦੇ ਨੇ, ਜਦੋਂ ਬੰਦੇ ਕੋਲ ਪ੍ਰੈਸ਼ਰ ਹੁੰਦਾ ਉਹਨੂੰ ਕਿਹਾ ਜਾਂਦਾ ਫਟਾਫਟ ਡਿਸਾਈਡ ਕਰ, ਜੇ ਤੇ ਅੱਧੇ ਘੰਟੇ 'ਚ ਡਿਸਾਈਡ ਨਾ ਕੀਤਾ ਤੇਰੇ ਪਿੱਛੇ 20 ਹੋਰ ਖੜੇ ਨੇ। ਉਹਨਾਂ ਨੂੰ ਇਹੀ ਕਿਹਾ ਜਾਂਦਾ ਨਾ ਵੀ ਇਹ ਘਰ ਮਿਲੀਅਨ ਦਾ ਲੱਗਾ, ਤੂੰ 12 ਲੱਖ ਦੀ ਪਾ ਦੇ, ਨਹੀਂ ਤਾਂ ਕਿਸੇ ਨੇ ਹੋਰ ਆ ਜਾਣਾ ਤੇ ਉਹ ਤੇ ਤੋਂ 13 ਦਾ ਲੈ ਜਾਏਗਾ। ਸੋ ਇੱਕ ਤੇਰੇ ਰਿਫਾਰਮ ਹੈ, ਕੂਲਿੰਗ ਆਫ ਪੀਰੀਅਡ ਚਾਹੀਦਾ, ਔਰ ਇਹ ਬੜੀ ਛੋਟੀ ਹੈ ਜੀ। ਕੋਈ ਸਰਕਾਰ ਦਾ ਇੱਕ ਆਨਾ ਨਹੀਂ ਲੱਗਣਾ, ਕਿਸੇ ਦਾ ਨੁਕਸਾਨ ਨਹੀਂ ਹੋਣਾ, ਰੀਅਲਟਰ ਦਾ ਨੁਕਸਾਨ ਨਹੀਂ ਹੋਣਾ। ਸੋ ਸਰਕਾਰਾਂ ਕਿਉਂ ਨਹੀਂ ਕਰ ਰਹੀਆਂ? ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਲੌਬੀਆਂ ਕਿੰਨੀਆਂ ਸਟਰੋਂਗ ਨੇ। ਫਿਰ ਦੂਸਰਾ ਇੱਕ ਹੈਗਾ, ਜਿਵੇਂ ਕੈਲੀਫੋਰਨੀਆ ਦੇ ਵਿੱਚ ਬੜਾ ਵਧੀਆ ਰਿਫਾਰਮ ਆ ਉਹਨਾਂ ਦਾ, ਬਈ ਜਿਹੜਾ ਕਮਿਸ਼ਨ ਹੈ ਘਰ ਵੇਚਣ ਵੇਲੇ, ਦੋਨੇ ਰੀਅਲਟਰ ਦਾ, ਵੇਚਣ ਵਾਲੇ ਦਾ ਰੀਅਲਟਰ ਤੇ ਖਰੀਦਣ ਵਾਲਾ, ਉਹ ਕਮਿਸ਼ਨ ਖਰੀਦਣ ਵਾਲਾ ਅਤੇ ਵੇਚਣ ਵਾਲਾ ਅੱਧਾ ਕਰਦੇ ਨੇ। ਜਦ ਕਿ ਆਪਣੇ ਇੱਥੇ ਕੈਨੇਡਾ ਦੇ ਵਿੱਚ ਉਹ ਸਾਰੇ ਦਾ ਸਾਰਾ ਕਮਿਸ਼ਨ ਜਿਹੜਾ ਉਹ ਵੇਚਣ ਵਾਲੇ ਤੋਂ ਜਾਂਦਾ। ਹੁਣ ਜਿਹੜਾ ਕਿਉਂਕਿ ਕਮਿਸ਼ਨ ਦੇਣਾ ਇਕੱਲੇ ਵੇਚਣ ਵਾਲੇ ਨੇ, ਸੋ ਜਿਹੜਾ ਖਰੀਦਣ ਵਾਲਾ ਆ ਉਹਨੂੰ ਕੀ ਇਨਸੈਂਟਿਵ ਹੈ ਕਿ ਉਹ ਜ਼ਿਆਦਾ ਥੋੜ੍ਹੀ ਬਹੁਤੀ ਮਤਲਬ ਇਨਵੈਸਟੀਗੇਸ਼ਨ ਕਰੇ ਵੀ ਇਹ ਕੀ ਹੋ ਰਿਹਾ। ਸੋ ਬੇਸਿਕਲੀ ਜਿਹੜਾ ਰੀਅਲਟਰ ਹੈ ਉਹ ਸਿਰਫ ਵੇਚਣ ਵਾਲੇ ਦੀ ਕੰਮ ਕਰ ਰਿਹਾ ਹੋ ਨਾ, ਇਨਸੈਂਟਿਵ ਉਹਨੂੰ ਉਸ ਪਾਸਿਓਂ ਆ ਰਿਹਾ। ਬਿਲਕੁਲ ਬਿਲਕੁਲ। ਖਰੀਦਣ ਵਾਲੇ ਦੀ ਤਰਫੋਂ ਉਹਨੂੰ ਕੋਈ ਇਨਸੈਂਟਿਵ ਨਹੀਂ, ਕੋਈ ਇਨਸੈਂਟਿਵ ਨਹੀਂ ਹੈ। ਪਰ ਜ਼ਿਆਦਾ ਹੁੰਦਾ ਉਹ ਕਮਿਸ਼ਨ, ਉਹਦੇ 'ਚੋਂ ਵੱਡਾ ਹਿੱਸਾ ਜਿਹੜਾ ਹੁੰਦਾ ਉਹ ਖਰੀਦਣ ਵਾਲੇ ਰੀਅਲਟਰ ਨੂੰ ਜਾਂਦਾ। ਜੇ ਮੰਨ ਲਓ ਤੁਸੀਂ 3.5% ਕਮਿਸ਼ਨ ਹੈ, ਉਹਦੇ ਵਿੱਚੋਂ 1.5% ਕਮਿਸ਼ਨ ਜਿਹੜਾ ਆਮ ਤੌਰ 'ਤੇ ਜਿਹੜਾ ਵੇਚਣ ਵਾਲਾ ਰੀਅਲਟਰ ਉਹਨੂੰ ਜਾਏਗਾ, 2% ਜਾਂ 2.5% ਜਿਹੜਾ ਉਹ ਖਰੀਦਣ ਵਾਲੇ ਨੂੰ ਜਾਂਦਾ। ਸੋ ਇਵੇਂ ਜਿਹੜਾ ਕੂਲਿੰਗ ਆਫ ਪੀਰੀਅਡ ਹੈ, ਫਿਰ ਇਹ ਜਿਹੜਾ ਕਮਿਸ਼ਨ ਸਪਲਿਟ ਕਰਨਾ ਹੈ, ਇਵੇਂ ਜਿਹੜੀ ਡਿਊ ਏਜੰਸੀ ਆ ਉਹਦੇ ਵਿੱਚ ਵੀ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇੱਕ ਤੁਸੀਂ ਲਾਅ ਬਣਾਉਣਾ ਕਿ ਇੱਕ ਰੀਅਲਟਰ ਖਰੀਦਣ ਵਾਲੇ ਲਈ ਤੇ ਵੇਚਣ ਵਾਲੇ ਲਈ ਨਹੀਂ ਐਕਟ ਕਰ ਸਕਦਾ। ਬੜੀ ਸਿੰਪਲ ਗੱਲ ਹੈ, ਸਗੋਂ ਕਿਸੇ ਹੋਰ ਰੀਅਲਟਰ ਨੂੰ ਉਹਦੇ ਵਿੱਚ ਇੰਪਲੋਇਮੈਂਟ। ਅੱਛਾ, ਇਹਦੇ 'ਚ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਜਿਹੜੀ ਚੀਜ਼ ਹੈ, ਜਿਹੜੀ ਸਮਝਦੇ ਹਾਂ ਕਿ ਅਸਲ ਦੇ ਵਿੱਚ ਪ੍ਰੋਬਲਮ ਦੀ ਜੜ ਵੀ ਹੈ, ਉਹ ਇਹ ਹੈ ਕਿ ਜਿਹੜਾ ਇਹ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਇਹ ਠੀਕ ਹੈ ਵੀ ਇਹਦੇ 'ਚ ਰੀਅਲ ਸਟੇਟ ਸੈਕਟਰ ਵਾਲਿਆਂ ਦਾ ਡਾਇਰੈਕਟਲੀ ਯੋਗਦਾਨ ਨਹੀਂ, ਪਰ ਇਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰੈਗੂਲੇਟ ਕੀਤਾ ਜਾ ਸਕਦਾ। ਬਿਲਕੁਲ ਬਿਲਕੁਲ। ਇਨਫੈਕਟ ਜਿੰਨੇ ਵੀ ਪਿਛਲੀ ਜਦੋਂ ਮਾਰਕੀਟ ਪੀਕ 'ਤੇ ਸੀ ਉਹਦੇ ਵਿੱਚ 50% ਤੋਂ ਲੈ ਕੇ 70% ਘਰ ਜਿਹੜੇ ਸੀ ਇਨਵੈਸਟਰ ਕੈਟੇਗਰੀ ਦੇ ਸੀ। BC ਵਗੈਰਾ ਦੇ ਵਿੱਚ ਇੱਥੇ ਕਈ ਇੱਦਾਂ ਦੇ ਪ੍ਰੋਜੈਕਟ ਬਣੇ ਕੋਂਡੋ ਟਾਵਰ, ਜਿਹਦੇ ਵਿੱਚੋਂ ਤਕਰੀਬਨ 80% ਕੋਂਡੋ ਜਿਹੜੇ ਸੀ ਉਹ ਰਹਿਣ ਵਾਲਿਆਂ ਲਈ ਨਹੀਂ ਸੀ, ਉਹ ਇਨਵੈਸਟਰ ਦੇ ਸੀ। ਕੋਈ ਬੰਦਾ ਇਨਵੈਸਟ ਕਰਨਾ ਚਾਹੁੰਦਾ, ਇਹ 'ਚ ਕੋਈ ਮਾੜੀ ਗੱਲ ਨਹੀਂ, ਚਾਹੇ ਉਹ 25 ਘਰ ਲੈਣਾ ਚਾਹੁੰਦਾ, ਪਰ ਉਹਦੇ 'ਤੇ ਤੁਸੀਂ ਰੋਕ ਲਾ ਦਿਓ ਵੀ ਇਹ ਘਰ ਜੇ ਤੂੰ ਖਰੀਦਿਆ ਨਾ,
ਜੇ ਤੂੰ ਇਹ 5 ਸਾਲ ਤੋਂ ਪਹਿਲਾਂ ਵੇਚਿਆ ਜਿੰਨਾ ਤੇਰਾ ਪ੍ਰੋਫਿਟ ਹੈ ਉਹ 'ਤੇ ਬਹੁਤ ਟੈਕਸ ਲੱਗੇਗਾ, ਫਿਰ ਉਹ ਜਿਹੜਾ ਟੈਕਸ ਲੱਗੇਗਾ ਉਹ ਘਟਦਾ 10ਵੇਂ ਸਾਲ ਤੋਂ ਬਾਅਦ ਖਤਮ ਹੋ ਜਾਏ। ਸੋ ਇਹ ਲਾਰਜਰ ਰਿਫਾਰਮ ਦੀ ਗੱਲ ਹੈ, ਉਸ ਪਾਸੇ ਅਸੀਂ ਜ਼ਿਆਦਾ ਨਹੀਂ ਜਾਂਦੇ। ਵਾਪਸ ਅਸੀਂ ਜਿਹੜਾ ਰੀਅਲ ਸਟੇਟ ਸੈਕਟਰ ਹੈ ਇਹਦੇ 'ਚ ਕੀ ਰਿਫਾਰਮਸ ਹੋ ਸਕਦੇ। ਹੁਣ ਇੱਕ ਸਵਾਲ ਇਹ ਅਕਸਰ ਪੁੱਛਿਆ ਜਾਂਦਾ ਜਾਂ ਕੁਝ ਲੋਕ ਇਹ ਸੁਝਾਅ ਵੀ ਦਿੰਦੇ ਨੇ ਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਸਾਰਾ ਕੁਝ ਹੁਣ ਇੰਟਰਨੈਟ 'ਤੇ ਹੋ ਰਿਹਾ, ਸਾਰਾ ਕੁਝ ਇੰਟਰਨੈਟ 'ਤੇ ਅਵੇਲੇਬਲ ਹੈ, ਆਨਲਾਈਨ ਮਾਰਕੀਟ ਦੇ ਤੇ ਅਸੀਂ ਯੁੱਗ 'ਚ ਦਾਖਲ ਹੋ ਚੁੱਕੇ ਹਾਂ, ਤੇ ਕੀ ਵਾਕਈ ਹੀ ਰੀਅਲ ਏਸਟੇਟ ਏਜੰਟ ਦੀ ਕੋਈ ਕਾਨੂੰਨੀ ਤੌਰ ਦੇ ਉੱਤੇ ਲੋੜ ਹੁੰਦੀ ਹੈ ਕੋਈ ਘਰ ਖਰੀਦਣ ਲਈ ਜਾਂ ਵੇਚਣ ਲਈ? ਹਾਂਜੀ, ਇਹ ਬੜਾ ਮਤਲਬ ਟ੍ਰਿਕੀ ਕੁਐਸਚਨ ਹੈ। ਜੇ ਆਪਾਂ ਲੀਗਲ ਤੌਰ ਤੇ ਕਹੀਏ ਇੱਦਾਂ ਦਾ ਕੋਈ ਲਾਅ ਨਹੀਂ ਕਿ ਤੁਸੀਂ ਘਰ ਵੇਚਣਾ ਜਾਂ ਖਰੀਦਣਾ ਉਹ ਲਈ ਰੀਅਲਟਰ ਚਾਹੀਦਾ। ਤੁਸੀਂ ਘਰ ਵੇਚਣਾ, ਮੈਂ ਖਰੀਦਣਾ, ਅਸੀਂ ਇੱਕ ਪੇਪਰ ਤੇ ਸਾਈਨ ਕਰਕੇ ਲਿਖ ਲਈ ਉਹਦੀ ਕੀਮਤ ਕਿੰਨੀ ਆ, ਕਲੋਜ਼ਿੰਗ ਕਿੰਨੀ ਆ, ਪਰਫੈਕਟਲੀ ਲੀਗਲ। ਪਰ ਕਈ ਵਾਰ ਜਿਹੜੀ ਖਾਸ ਕਰਕੇ ਜਿਹੜੀਆਂ ਕੰਪਲੀਕੇਟਡ ਪ੍ਰੋਪਰਟੀਜ਼ ਨੇ, ਕੋਈ ਫਾਰਮ ਹੈ, ਕੋਈ ਐਗਰੀਕਲਚਰ ਲੈਂਡ ਹੈ ਜਾਂ ਕੋਈ ਇੰਡਸਟਰੀਅਲ ਲੈਂਡ ਹੈ ਵਧੀ, ਉਹਦੇ 'ਚ ਜਿਹੜੇ ਰੀਅਲ ਸਟੇਟ ਦੇ ਐਗਰੀਮੈਂਟਸ ਹੁੰਦੇ ਨੇ ਉਹ ਕੰਪਲੀਕੇਟਡ ਹੁੰਦੇ ਨੇ, ਤੁਹਾਨੂੰ ਉੱਥੇ ਚਾਹੀਦਾ। ਪਰ ਜਿਹੜੇ ਘਰ ਨੇ ਜਾਂ ਜਿਹੜੇ ਕੌਂਡੋ ਨੇ ਉਹ ਤਾਂ ਬੜੇ ਸਟੈਂਡਰਡਾਈਜ਼ ਨੇ, ਉਹਨਾਂ ਦੀਆਂ ਸਾਰੀਆਂ ਰੈਗੂਲੇਸ਼ਨ, ਖਾਸ ਕਰਕੇ ਕੌਂਡੋ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਹੈ ਨਾ। ਤੁਹਾਡਾ ਕੋਈ ਗੁਆਂਢੀ ਤੁਹਾਨੂੰ ਕੁਝ ਵੀ ਨਹੀਂ ਕਰ ਸਕਦੇ, ਤੁਹਾਡੇ ਕੋਲ ਇੱਕ ਆਪਣਾ ਦਰਵਾਜ਼ੇ ਦੀ ਚਾਬੀ ਹੈ, ਤੁਹਾਨੂੰ ਕੁਝ ਨਹੀਂ ਪਤਾ ਸੱਜੇ ਕੌਣ ਰਹਿੰਦਾ, ਖੱਬੇ ਕੌਣ ਰਹਿੰਦਾ, ਉੱਪਰ ਕੌਣ ਰਹਿੰਦਾ, ਥੱਲੇ ਕੌਣ ਰਹਿੰਦਾ, ਨਾ ਹੀ ਤੁਹਾਡਾ ਉਹਨਾਂ ਨਾਲ ਕੋਈ ਵਾਸਤਾ ਹੈ। ਸੋ ਜੇ ਕਿਸੇ ਦੇ ਕੋਲ ਸਕਿੱਲ ਹੈ, ਕੋਈ ਬੰਦਾ IT ਇੰਜੀਨੀਅਰ ਹੈ, ਕੋਈ ਬੰਦਾ ਫਾਈਨਾਂਸ 'ਚ ਕੰਮ ਕਰਦਾ ਹੈ, ਕੋਈ ਟੀਚਰ ਹੈ, ਕੋਈ ਲਾਇਰ ਹੈ, ਤਾਂ ਜੋ ਚਾਹੁੰਦੇ ਨੇ ਕਰਨਾ ਉਹ ਬਿਲਕੁਲ ਕਰ ਸਕਦੇ। ਸੋ ਬੇਸਿਕਲੀ ਇਸ ਚੀਜ਼ ਨੂੰ ਵੀ ਥੋੜ੍ਹਾ ਜਿਹਾ ਇਸ ਸਿਸਟਮ ਨੂੰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਵੀ ਕੀਤਾ ਜਾ ਸਕਦਾ, ਤੇ ਤਾਂ ਕਿ ਜਿਹੜੇ ਲੋਕ ਬਿਨਾਂ ਰੀਅਲਟਰ ਦੇ ਇੱਕ ਆਪਣੀਆਂ ਡੀਲਸ ਕਰਨੀਆਂ ਚਾਹੁੰਦੇ ਹੋਣ ਤਾਂ ਉਹਨਾਂ ਕੋਲ ਵੀ ਇਹ ਆਪਸ਼ਨ ਹੋਏ, ਤੇ ਇਹ ਇਸ ਗੱਲ ਤੇ ਕੌਨਫੀਡੈਂਸ ਵੀ ਉਹਨਾਂ ਨੂੰ ਹੋਏ ਕਿ ਇਹਦੇ 'ਚ ਕੋਈ ਜ਼ਿਆਦਾ ਗੜਬੜ ਹੋਣ ਦੀ ਸੰਭਾਵਨਾ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਮੰਨ ਲਓ ਕਿ ਘਰ ਖਰੀਦਣਾ ਕਿਸੇ ਰੀਅਲਟਰ ਨੇ ਸੇਲ 'ਤੇ ਲਾਇਆ ਹੋਇਆ, ਤੁਸੀਂ ਜਦੋਂ ਲੈਣ ਜਾਂਦੇ ਹੋ, ਜੇ ਤੁਹਾਡਾ ਰੀਅਲਟਰ ਨਹੀਂ ਤਾਂ ਉੱਥੇ ਪ੍ਰੋਬਲਮ ਆਉਂਦੀ ਆ। ਉਹ ਕਹਿੰਦਾ ਵੀ ਮੈਂ ਰੀਅਲਟਰ ਤੋਂ ਬਿਨਾਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਜਾਂ ਤੁਸੀਂ ਕਹੋਗੇ ਮੈਂ ਡਿਊਲ ਏਜੰਸੀ ਕਰ ਸਕਦਾ, ਮੈਨੂੰ ਆਪਣਾ ਵੀ ਰੀਅਲਟਰ ਬਣਾ ਲਓ ਨਾ। ਪਰ ਜੇ ਦੋਨੇ ਤਰਫ ਜਿਹੜੇ ਸੈਲਰ ਵੀ ਤੇ ਬਾਇਰ ਵੀ ਉਹ ਇਸ ਚੀਜ਼ ਨੂੰ ਸਮਝ ਲੈਣ ਕਿ ਇਹ ਕੰਮ ਅਸੀਂ ਬਿਨਾਂ ਏਜੰਟਸ ਦੇ ਵੀ ਕਰ ਸਕਦੇ ਹਾਂ, ਤਾਂ ਇਹ ਵੀ ਇੱਕ ਆਪਸ਼ਨ ਹੈ ਜਿਹੜੀ ਕੁਝ ਲੋਕ ਵੀ ਜੇ ਯੂਜ਼ ਕਰਨਾ ਸ਼ੁਰੂ ਕਰ ਦੇਣਗੇ ਤੇ ਫਿਰ ਜਿਹੜਾ ਇਸ ਸੈਕਟਰ ਵੱਲੋਂ ਇੱਕ ਕਿਸਮ ਦਾ ਮੋਨੋਪੋਲੀ ਕ੍ਰੀਏਟ ਕੀਤੀ ਗਈ ਹੈ ਜਾਂ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਸ ਤੋਂ ਵੀ ਬਚਾਅ ਹੋ ਸਕਦਾ। ਬਿਲਕੁਲ ਜੇ ਦੋਨੇ ਸਾਈਡਾਂ ਦੇ ਉੱਤੇ ਉਹਨਾਂ ਦੇ ਕੋਲ ਰੀਅਲਟਰ ਨਹੀਂ ਹੈ ਤਾਂ ਆਪਣਾ ਐਗਰੀਮੈਂਟ ਬਣਾ ਸਕਦੇ ਨੇ, ਤੇ ਉਹਨੂੰ ਆਪਣਾ ਜਿਹੜਾ ਉਹਨਾਂ ਦਾ ਕਮਿਸ਼ਨ ਹੈ ਉਹ ਬਚਾ ਲੈਣਗੇ। ਕਿਉਂਕਿ ਅਸਲ 'ਚ ਇਸ ਤਰ੍ਹਾਂ ਹੁੰਦਾ ਸੀ ਪਹਿਲਾਂ ਕਿ ਜਿਹੜੀ ਘਰਾਂ ਦੀ ਪੁਰਾਣੀ ਹਿਸਟੋਰੀਕਲ ਇਨਫੋਰਮੇਸ਼ਨ ਹੁੰਦੀ ਸੀ ਵੀ ਇਹ ਘਰ ਕਦੋਂ ਵਿਕਿਆ, ਕਿੰਨੇ ਦਾ ਵਿਕਿਆ, ਗੁਆਂਢੀ ਦੇ ਘਰ ਕਦੋਂ ਵਿਕੇ, ਕਿੰਨੇ ਦੇ ਵਿਕੇ, ਉਹ ਪਹਿਲਾਂ ਇਕੱਲੀ ਸਾਰੀ ਦੀ ਸਾਰੀ ਹੈ ਨਾ MLS ਲਿਸਟਿੰਗ ਉਹ ਪ੍ਰਾਈਵੇਟ ਹੁੰਦੀ ਸੀ, ਤਾਂ ਉਹ ਕਿਸੇ ਨੂੰ ਨਹੀਂ ਪਤਾ, ਤੁਹਾਨੂੰ ਮੈਨੂੰ ਪਤਾ ਨਹੀਂ ਸੀ ਉਹਦਾ। ਤੇ ਫਿਰ ਜਿਹੜੀ ਕੰਪੀਟੀਸ਼ਨ ਬਿਊਰੋ ਹੈ ਫੈਡਰਲ ਗਵਰਨਮੈਂਟ ਦੀ, ਉਹਨਾਂ ਨੇ ਲਾਸੂਟ ਫਾਈਲ ਕੀਤਾ ਰਿਕੋ ਦੇ ਖਿਲਾਫ। ਉਹਨਾਂ ਨੇ ਉਹ ਆਲਮੋਸਟ 15 ਸਾਲ ਬਾਅਦ ਹੋ ਗਏ, ਉਹ ਕਈ ਵਾਰੀ ਸੁਪਰੀਮ ਕੋਰਟ ਤੱਕ ਜਾ ਚੁੱਕਾ, ਥੱਲੇ ਤੱਕ ਆ ਚੁੱਕਾ। ਹੁਣ ਬਹੁਤੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਬਲਿਕ ਡੋਮੇਨ 'ਚ ਅਵੇਲੇਬਲ ਹੈ। ਜੇ ਤੁਸੀਂ ਪਤਾ ਕਰਨਾ ਹੈ ਜਿਹੜਾ ਘਰ ਲੱਗਾ ਹੋਇਆ ਉਹਦੀ ਹਿਸਟਰੀ ਕੀ ਹੈ, ਤੁਸੀਂ ਜਾ ਕੇ ਤੁਹਾਡੇ ਕੋਲ ਐਪ ਮਿਲਦੀਆਂ ਨੇ, ਉਹ ਤੁਸੀਂ ਐਪ ਦੇ ਵਿੱਚ ਦੇਖ ਲੈਣਾ। ਸੋ ਜਿਹੜੀ ਇਨਫੋਰਮੇਸ਼ਨ ਕਿਸੇ ਵੇਲੇ ਸਿਰਫ ਰੀਅਲਟਰ ਕੋਲ ਹੁੰਦੀ ਸੀ ਉਹ ਹੁਣ ਪਬਲਿਕ ਡੋਮੇਨ 'ਚ ਕੋਈ ਵੀ ਬੰਦਾ ਐਕਸੈਸ ਕਰ ਸਕਦਾ। ਬਿਲਕੁਲ, ਜੇ ਤੁਹਾਡੇ ਕੋਲ ਸਕਿੱਲ ਹੈ, ਜਿਵੇਂ ਕੋਈ ਸੀਨੀਅਰ ਸਿਟੀਜ਼ਨ ਹੈ ਜਾਂ ਨੂੰ ਲੈਂਗੁਏਜ ਉਹ ਨਹੀਂ ਕਰ ਸਕਦੇ, ਉਹਨਾਂ ਨੂੰ ਚਾਹੀਦੀ ਹੈ। ਪਰ ਜੇ ਤੁਸੀਂ ਫੁੱਲੀ ਕੁਆਲੀਫਾਈਡ ਹੋ, ਤੁਹਾਨੂੰ ਕੌਨਫੀਡੈਂਸ ਹੈ। ਇੱਕ ਸੈਕਟਰ ਤਾਂ ਚਲੋ ਇੱਕ ਸੈਗਮੈਂਟ ਸਮਾਜ ਦਾ ਹੁੰਦਾ ਜਿਹਨਾਂ ਨੂੰ ਇੱਕ ਸਿੰਪਲ ਫਾਰਮ ਭਰਨ ਲਈ ਵੀ ਹੈਲਪ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਲਈ ਡੈਫੀਨੇਟਲੀ ਏਜੰਟਸ ਦੀ ਜ਼ਰੂਰਤ ਰਹੇਗੀ। ਪਰ ਜਿਹੜੇ ਲੋਕ ਆਪ ਕਰ ਸਕਦੇ ਨੇ ਇਹ ਕੰਮ, ਉਹਨਾਂ ਲਈ ਤੇ ਹੁਣ ਇਹ ਆਸਾਨ ਹੈ, ਇਹਦੇ 'ਚ ਕੋਈ ਕਾਨੂੰਨੀ ਦਿੱਕਤ ਨਹੀਂ, ਕੋਈ ਲੀਗਲ ਰਿਕੁਆਇਰਮੈਂਟ ਨਹੀਂ। ਹਾਂ, ਲੀਗਲ ਰਿਕੁਆਇਰਮੈਂਟ ਕੋਈ ਨਹੀਂ, ਕਾਨੂੰਨੀ ਰਿਕੁਆਇਰਮੈਂਟ ਕੋਈ ਨਹੀਂ ਹੈ। ਪਰ ਜਿਹੜੀ ਤੁਹਾਨੂੰ ਉਹਦੀਆਂ ਕੰਪਲੀਕੇਸ਼ਨਸ ਨੇ ਤੁਹਾਨੂੰ ਉਹਦੀ ਸਮਝ ਆਉਣੀ ਚਾਹੀਦੀ ਹੈ ਵੀ ਉਹਦਾ ਟਾਈਟਲ ਕੀ ਹੁੰਦਾ, ਮੈਂ ਟਾਈਟਲ ਕਿਵੇਂ ਚੈੱਕ ਕਰਨਾ, ਡਿਪੋਜ਼ਿਟ ਕਿੱਥੇ ਦੇਣਾ, ਹੋਰ ਘਰ 'ਚ ਕੰਡੀਸ਼ਨਾਂ ਕਿਹੜੀਆਂ। ਕੋਈ ਜਦੋਂ ਤੁਸੀਂ ਘਰ ਖਰੀਦੋ ਤੁਹਾਨੂੰ ਉਹ 'ਚ ਕੰਡੀਸ਼ਨਸ ਹੁੰਦੀਆਂ ਨੇ ਵੀ ਇਹ 'ਚ ਟੈਨੈਂਟ ਨੇ, ਟੈਨੈਂਟ ਵਾਪਸ ਉਧਰ ਨੂੰ ਮੈਨੂੰ ਖਾਲੀ ਘਰ ਚਾਹੀਦਾ ਹੈ, ਜਾਂ ਇਹਦੇ ਵਿੱਚ ਕੋਈ ਹੋਰ ਕੋਈ ਮੁਰੰਮਤ ਕਰਨ ਵਾਲੀ ਹੈ, ਉਹ ਉਸ ਤੋਂ ਪਹਿਲਾਂ ਕੰਪਲੀਟ ਉਹਦੀ ਇੱਕ ਟੈਕਨੀਕਲ ਤਰ੍ਹਾਂ ਦੀ ਲੈਂਗੁਏਜ ਹੁੰਦੀ ਹੈ ਉਹਨੂੰ ਲਿਖਣ ਦੀ ਖਾਤਰ। ਸੋ ਜੇ ਤੁਸੀਂ ਉਹ ਲਿਖ ਸਕਦੇ ਹੋ, ਤੁਹਾਡੇ ਕੋਲ ਕੇਪੇਬਿਲਿਟੀ ਹੈ, ਪਬਲਿਕ ਡੋਮੇਨ 'ਚ ਐਗਰੀਮੈਂਟ ਦੀਆਂ ਕਾਪੀਆਂ ਮਿਲਦੀਆਂ ਨੇ, ਜੇ ਤੁਹਾਨੂੰ ਕੌਨਫੀਡੈਂਸ ਹੈ ਉਹ ਤੁਸੀਂ, ਜਾਂ ਖਾਸ ਕਰਕੇ ਜੇ ਤੁਹਾਡਾ ਕਿਸੇ ਲਾਅਰ ਦੇ ਨਾਲ ਰਿਸ਼ਤਾ, ਲਾਅਰ ਦੀ ਡਿਊਟੀ ਨਹੀਂ ਉਹ ਐਗਰੀਮੈਂਟ ਬਣਾਉਣਾ, ਪਰ ਜੇ ਕੋਈ ਕਲਾਇੰਟ ਆਏ ਉਹ ਆਪਣੇ ਲਾਅਰ ਦੇ ਨਾਲ ਪਿਛਲੇ 5-10 ਸਾਲਾਂ ਤੋਂ ਕੰਮ ਕਰਦਾ ਤਾਂ ਲਾਅਰ ਅਕਸਰ ਉਹਨਾਂ ਦੀ ਉਹ ਹੈਲਪ ਕਰਦੇ ਨੇ ਐਗਰੀਮੈਂਟ ਬਣਾਉਣ ਦੇ। ਸੋ ਇਹ ਜਿਹੜੇ ਸਾਰੇ ਰਿਫਾਰਮਸ ਨੇ ਆਖਰ ਦੇ ਵਿੱਚ, ਇਹ ਰਿਫਾਰਮਸ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ, ਕੌਣ ਕਰ ਸਕਦਾ ਹੈ, ਕਿਹਨਾਂ ਮਤਲਬ ਇਹਦੇ 'ਚ ਜਿਹੜੀਆਂ ਕੈਨੇਡਾ 'ਤੇ ਹੁਣ ਗਵਰਨਮੈਂਟ ਦੇ ਵੀ ਬਹੁਤ ਲੈਵਲ ਨੇ,
ਇਹ ਫੈਡਰਲ ਲੈਵਲ ਤੇ ਹੋਣ ਵਾਲੀਆਂ ਚੀਜ਼ਾਂ ਨੇ, ਕੁਝ ਮੇਜਰ ਰਿਫਾਰਮਸ ਨੇ, ਕਿ ਜਾਂ ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਕਰ ਸਕਦੀ ਹੈ? ਦੇਖੋ ਜੀ, ਇਹਨਾਂ 'ਚ ਬਹੁਤੇ ਰਿਫਾਰਮ ਜਿਹੜੇ ਨੇ ਬਹੁਤ ਹੀ ਸੌਖੇ ਨੇ। ਜਿਹੜੀ ਇਹਨਾਂ ਦੀ ਰੀਅਲਟਰਸ ਦੀ ਆਪਣੀ ਰੈਗੂਲੇਟਰੀ ਬੋਡੀ ਆ, ਉਹ ਤਾਂ ਕਿਉਂ ਕਰੇਗੀ, ਉਹ ਤਾਂ ਕਿਉਂ ਕਰੇਗੀ? ਬਿਲਕੁਲ, ਜੋ ਕਾਰਨ ਤਾਂ ਉਹਨਾਂ ਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ। ਜਿਹੜੀਆਂ ਡਿਊ ਏਜੰਸੀ ਦੀਆਂ ਨੇ, ਬਲਾਈਂਡ ਬਿਡਿੰਗ ਨੇ, ਉਸ ਤੋਂ ਬਾਅਦ ਜਿਹੜੀ ਸਾਰੀ ਜੂਰਿਸਡਿਕਸ਼ਨ ਆ ਉਹ ਹੈਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ। ਇਹ 'ਚ ਫੈਡਰਲ ਗਵਰਨਮੈਂਟ ਦਾ ਕੁਛ ਨਹੀਂ। ਫੈਡਰਲ ਗਵਰਨਮੈਂਟ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਆ, ਅਖਬਾਰਾਂ ਦੇ ਵਿੱਚ ਵੀ ਆਈ ਸੀ ਵੀ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਨਹੀਂ ਕੰਮ ਕਰ ਰਹੀ, ਹੁਣ ਜਿਵੇਂ ਸਾਡੇ ਇੱਥੇ ਕੰਜ਼ਰਵੇਟਿਵ ਗਵਰਨਮੈਂਟ ਹੈ ਡਗਫੋਰਡ, ਤੇ ਜਿਹੜੀ ਸਾਡੀ ਰੀਅਲਟਰ ਦੀ ਐਸੋਸੀਏਸ਼ਨ ਹੈ ਉਹ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਪੁਰਾਣਾ ਪ੍ਰੈਜ਼ੀਡੈਂਟ ਹੁੰਦਾ ਸੀ ਉਹ ਹੈ। ਸੋ ਆਪਸ 'ਚ ਮਿਲ ਕੇ ਚੱਲਦੇ ਨੇ। ਤੇ ਸੋ ਇਸ ਲਈ ਫੈਡਰਲ ਗਵਰਨਮੈਂਟ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਕੁਝ ਜਿਵੇਂ ਕਿ ਤੁਸੀਂ ਡਿਊ ਏਜੰਸੀ ਨੂੰ ਬੈਨ ਕਰ ਦਿਓ, ਉਹਨੂੰ ਇੱਕ ਕ੍ਰਿਮੀਨਲ ਐਕਟ ਬਣਾ ਦਿਓ, ਜਾਂ ਤੁਸੀਂ ਜਿਹੜਾ ਬਲਾਈਂਡ ਬਿਡਿੰਗ ਹੈ ਉਹਨੂੰ ਇੱਕ ਕ੍ਰਿਮੀਨਲ ਐਕਟ ਬਣਾ ਦਿਓ, ਉਹਨੂੰ ਕ੍ਰਿਮੀਨਲ ਲਾਅ ਦੇ ਥਰੂ। ਹਾਲਾਂਕਿ ਉਹਨਾਂ ਕੋਈ ਜੂਰਿਸਡਿਕਸ਼ਨ ਨਹੀਂ ਆ ਹਾਊਸਿੰਗ ਦੀ, ਵੀ ਪਰ ਤੁਸੀਂ ਜਿਹੜੀਆਂ ਐਥੀਕਲ ਨੇ ਜਾਂ ਜਿਹੜੀਆਂ ਫਰਾਡ ਹੋਣ ਦੇ ਨੇ, ਤੁਸੀਂ ਉਹਨੂੰ ਪਲੱਗ ਕਰਨ ਲਈ, ਜਿੱਦਾਂ ਅਸੀਂ ਬਾਕੀ ਫਰਾਡ ਰੋਕਦੇ ਹਾਂ, ਉਹਨਾਂ ਨੂੰ ਰੋਕਣ ਦੇ ਲਈ ਤੁਸੀਂ ਉਹ ਕ੍ਰਿਮੀਨਲ ਲਾਅ ਬਣਾ ਦਿਓ ਵੀ ਜੇ ਕੋਈ ਉਹਨੂੰ ਬ੍ਰੀਚ ਕਰਦਾ ਤੇ ਉਹਨਾਂ ਨੂੰ ਤੁਸੀਂ ਪ੍ਰੋਸੀਕਿਊਟ ਕਰ ਸਕਦੇ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਇਹ ਬਾਡੀਜ਼ ਨੇ ਰੀਅਲਟਰਸ ਦੀਆਂ, ਇਹਨਾਂ ਦੇ ਹੱਥ ਬਹੁਤ ਕੁਛ ਹੈ, ਇਹ ਪਾਵਰਫੁਲ ਲੌਬੀਜ਼ ਨੇ, ਇਹਨਾਂ ਨੂੰ ਫਿਰ ਨਕੇਲ ਕੌਣ ਪਾਏ? ਇਹ ਫਿਰ ਗੱਲ ਗਵਰਨਮੈਂਟ ਤੇ ਆ ਜਾਂਦੀ ਹੈ। ਬਿਲਕੁਲ, ਜਿਹੜੀ ਇਹ ਰਿਪੋਰਟ ਇਹਨਾਂ ਦੀ ਜਿਹੜੇ ਲਾਅ ਦੇ ਮੁਤਾਬਕ ਇਹ ਐਗਜ਼ਿਸਟ ਕਰਦੀਆਂ ਨੇ ਉਹ ਪ੍ਰੋਵਿੰਸ਼ੀਅਲ ਲਾਅਜ਼ ਨੇ। ਸੋ ਤੁਸੀਂ ਜਿਹੜਾ ਤੁਹਾਡਾ MLA ਆ ਜਾਂ MPP ਆ, ਅੰਟਾਰੀਓ ਦੇ ਵਿੱਚ BC 'ਚ MLA ਨੇ, ਅਲਬਰਟਾ 'ਚ MLA ਨੇ, ਇਹ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਇਹਨਾਂ ਨੂੰ ਰਿਫਾਰਮ ਕਰਨ ਲਈ ਤੁਸੀਂ ਮਜਬੂਰ ਕਰੋ। ਸੋ ਡੈਫੀਨੇਟਲੀ ਜਿਹੜੇ ਇਹ ਸੁਧਾਰ ਨੇ, ਭਾਵੇਂ ਇਹ ਕ੍ਰਾਈਸਿਸ ਕੱਲਾ ਰੀਅਲ ਸਟੇਟ ਸੈਕਟਰ ਕਰਕੇ ਨਹੀਂ ਹੈ, ਪਰ ਜਿੰਨਾ ਕੁ ਯੋਗਦਾਨ ਜੇ ਇਹਨਾਂ ਦਾ ਇਸ ਨੂੰ ਵੀ ਫਿਕਸ ਕਰ ਲਿਆ ਜਾਵੇ ਤੇ ਬਹੁਤ ਸਾਰਾ ਪੱਖਾਂ ਤੋਂ ਬਚਾਅ ਹੋ ਸਕਦਾ ਫਿਊਚਰ 'ਚ ਇਹੋ ਜਿਹੇ ਸੰਕਟ ਪੈਦਾ ਹੋਣ ਤੋਂ। ਬਿਲਕੁਲ ਬਿਲਕੁਲ, ਕਿਉਂਕਿ ਚੰਗੇ ਰੀਅਲਟਰ ਨੇ ਕੰਮ ਕਰਦੇ ਨੇ, ਪਰ ਜਿਹੜਾ ਇਹ 'ਚ ਫਰਾਡ ਦਾ ਜਾਂ ਕਿਸੇ ਨਾਲ ਧੱਕਾ ਕਰਨ ਦਾ ਹੈ ਸਕੋਪ ਹੈ, ਸਾਨੂੰ ਉਹਦੀਆਂ ਸਾਰੀਆਂ ਲੂਪਹੋਲ ਬੰਦ ਕਰਨ ਦੀ ਲੋੜ ਹੈ। ਸੋ ਬਹੁਤ ਬਹੁਤ ਸ਼ੁਕਰੀਆ ਹਰਮਿੰਦਰ ਜੀ, ਤੁਸੀਂ ਇਸ ਟੌਪਿਕ ਤੇ ਆਪਣੀਆਂ ਥਾਟਸ ਸਾਡੇ ਨਾਲ ਸ਼ੇਅਰ ਕੀਤੀਆਂ। ਸੋ ਜਿੱਥੋਂ ਤੱਕ ਸਮੁੱਚੇ ਤੌਰ ਤੇ ਇਸ ਸੰਕਟ ਦਾ ਸੰਬੰਧ ਹੈ, ਹਾਊਸਿੰਗ ਕ੍ਰਾਈਸਿਸ ਦੀ ਗੱਲ ਹੈ, ਉਹਦੇ 'ਚ ਇੱਕ ਵਾਰ ਫਿਰ ਇਹ ਗੱਲ ਰਿਪੀਟ ਕਰਨੀ ਜ਼ਰੂਰੀ ਹੈ ਕਿ ਇਹ ਕ੍ਰਾਈਸਿਸ ਸਾਰੇ ਦਾ ਸਾਰਾ ਇਹ ਨਹੀਂ ਅਸੀਂ ਕਹਿ ਸਕਦੇ ਕਿ ਰੀਅਲ ਸਟੇਟ ਏਜੰਟ ਨੇ ਪੈਦਾ ਕੀਤਾ। ਹੋਰ ਬਹੁਤ ਸਾਰੇ ਪੱਖ ਨੇ, ਖਾਸ ਕਰਕੇ ਜਿਹੜੇ ਇਕੋਨਮੀ ਦੇ ਟ੍ਰੈਂਡਸ ਨੇ ਉਹ ਇੱਕ ਅਲੱਗ ਪਹਿਲੂ ਹੈ, ਪਰ ਇਸ ਸੈਕਟਰ ਦੀਆਂ ਜੋ ਪ੍ਰੈਕਟਿਸਿਸ ਨੇ ਉਹਨਾਂ ਦਾ ਵੀ ਡੈਫੀਨੇਟਲੀ ਇੱਕ ਯੋਗਦਾਨ ਹੈ। ਤੇ ਜੇ ਇਸ ਸੈਕਟਰ ਦੇ ਵਿੱਚ ਸੁਧਾਰ ਕੀਤੇ ਜਾਣ ਤਾਂ ਫਿਊਚਰ ਦੇ ਵਿੱਚ ਇਹੋ ਜਿਹੇ ਸੰਕਟ ਪੈਦਾ ਹੋਣ ਤੋਂ ਬਚਾਅ ਕੀਤਾ ਜਾ ਸਕਦਾ, ਜਿਸ ਸੰਕਟ ਨੇ ਹਜ਼ਾਰਾਂ ਲੋਕਾਂ ਨੂੰ ਇਸ ਵੇਲੇ ਕੈਨੇਡਾ 'ਚ ਮੁਸ਼ਕਿਲ 'ਚ ਪਾਇਆ ਹੋਇਆ।